ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਕਰ ਰਹੇ ਹਾਂ ਵਰਕਿੰਗ ਕੈਪੀਟਲ ਦਾ ਬਹੁਤ ਜ਼ਿਆਦਾ ਮੇਨ ਔਰ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ, ਦੈਟ ਇਜ਼ ਦ ਕਲਾਸੀਫਿਕੇਸ਼ਨ ਆਫ ਵਰਕਿੰਗ ਕੈਪੀਟਲ। ਵੀ ਆਲ ਨੋ ਵਟ ਇਜ਼ ਦੀ ਵਰਕਿੰਗ ਕੈਪੀਟਲ। ਆਪਾਂ ਪਹਿਲੇ ਵਾਲੇ ਪਾਰਟ 'ਚ ਕਰ ਲਿਆ। ਜੇ ਤੁਹਾਨੂੰ ਨਹੀਂ ਪਤਾ ਹੈਗਾ ਪਲੀਜ਼ ਪਹਿਲਾ ਵਾਲਾ ਪਾਰਟ ਦੇਖ ਲਿਓ ਇਹਦਾ। ਤਾਂ ਹੁਣ ਹੈਗਾ ਕਲਾਸੀਫਿਕੇਸ਼ਨ ਆਫ ਵਰਕਿੰਗ ਕੈਪੀਟਲ। ਇਟ ਇਜ਼ ਆਲਸੋ ਡਿਵਾਈਡਡ ਇਨਟੂ the first is on the basis of concept or second is on the basis of time. On the basis of concept is also divided into two, gross working capital and net working capital. Gross working capital ਤੁਹਾਨੂੰ ਦੱਸਿਆ ਸੀਗਾ ਪਹਿਲਾਂ ਮੈਨੂੰ। gross working capital ਉਹ ਅਮਾਉਂਟ ਹੁੰਦੀ ਹੈ ਜਿਹੜੀ ਕਿ ਅਸੀਂ ਕਰੰਟ ਐਸਿਡਸ ਦੇ ਵਿੱਚ ਰਿਪਰੈਜ਼ੈਂਟ ਕਰਦੇ ਹਾਂ। ਫੋਰ ਐਗਜ਼ਾਮਪਲ ਕੈਸ਼, ਬਿਲ ਰਿਸੀਵੇਬਲ and prepaid expense etc. ਐਂਡ ਦੈਨ ਨੈਟ ਵਰਕਿੰਗ ਕੈਪੀਟਲ ਹੁੰਦੀ ਹੈ ਜਦੋਂ ਕਰੰਟ ਐਸਿਡ ਦੇ ਵਿੱਚ ਕਰੰਟ ਲਾਇਬਿਲਿਟੀ ਨੂੰ ਡਿਡਕਟ ਕੀਤਾ ਜਾਂਦਾ ਤਾਂ ਨੈਟ ਵਰਕਿੰਗ ਕੈਪੀਟਲ ਹੁੰਦੀ ਹੈ। ਇਟ ਮੇ ਬੀ ਪੋਜ਼ਿਟਿਵ ਔਰ ਨੈਗੇਟਿਵ। ਇਫ ਦੀ ਕਰੰਟ ਐਸਿਡ ਇਜ਼ ਮੋਰ ਦੈਨ ਕਰੰਟ ਐਸਿਡ ਦੈਨ ਕਰੰਟ ਲਾਇਬਿਲਿਟੀ ਦੈਨ ਇਟ ਇਜ਼ positive, and then if the current liability is more than the current assets then it is negative. And on the basis of time it is divided into two different types, fixed capital and variable capital. Fixed capital it's divided into two, like regular working capital and the reserve working capital. Fixed capital ਕੀ ਹੁੰਦੀ ਆ? ਸਭ ਤੋਂ ਪਹਿਲਾਂ ਕਹਿੰਦੇ ਨੇ ਇਟ ਇਜ਼ ਦੀ ਮਿਨੀਮਮ ਅਮਾਊਂਟ ਵਿਚ ਇਜ਼ ਦੀ ਰਿਕੁਆਇਰਡ ਟੂ ਇਨਸ਼ੋਰ ਇਫੈਕਟਿਵ ਯੂਟੀਲਾਈਜੇਸ਼ਨ ਆਫ ਫਿਕਸ। ਇੱਕ ਮਿਨੀਮਮ ਅਮਾਊਂਟ ਹੁੰਦੀ ਹੈ ਜਿਹੜੀ ਕਿ ਰਿਕੁਆਇਰਮੈਂਟ ਹੁੰਦੀ ਹੈ ਬਿਜ਼ਨਸ ਨੂੰ ਚਲਾਉਣ ਵਾਸਤੇ। ਫੋਰ ਐਗਜ਼ਾਮਪਲ ਦੇਖੋ, ਦੇयर इज ऑलवेज ਮਿਨੀਮਮ ਲੈਵਲ ਆਫ ਦੀ ਕਰੰਟ ਐਸਿਡਸ ਬਾਈ ਐਂਟਰਪ੍ਰਾਈਜ਼ ਟੂ ਕੈਰੀ ਆਊਟ ਇਟਸ ਨਾਰਮਲ ਬਿਜ਼ਨਸ। ਇੱਕ ਮਿਨੀਮਮ ਅਮਾਊਂਟ ਹੈ ਜਿਹੜੀ ਕਿ ਬਿਜ਼ਨਸ ਲਗਾਉਂਦਾ ਹੈ ਆਪਣੇ ਕੋਈ ਵੀ ਬਿਜ਼ਨਸ ਜਿਹੜਾ ਹੈਗਾ ਕੈਰੀ ਆਊਟ ਕਰਦਾ ਡੇ ਟੂ ਡੇ ਐਕਸਪੈਂਸ ਸਮਝ ਲਓ, ਤਾਂ ਉਹਨੂੰ ਮਿਨੀਮਮ ਅਮਾਊਂਟ ਲਾਉਣੀ ਹੀ ਪੈਂਦੀ ਹੈ। ਫੋਰ ਐਗਜ਼ਾਮਪਲ ਉਹਨੂੰ ਰॉ ਮਟੀਰੀਅਲ ਪਰਚੇਸ ਕਰਨ ਵਾਸਤੇ ਕੈਸ਼ ਦਾ ਬੈਲੈਂਸ ਰੱਖਣਾ ਪੈਂਦਾ ਐਂਡ ਫਿਨਿਸ਼ ਗੁੱਡਸ ਵਾਸਤੇ। ਦੈਟ ਇਜ਼ ਦ ਫਿਕਸ ਵਰਕਿੰਗ ਕੈਪੀਟਲ and it is divided into two, regular working capital and the reserve working capital. Regular working capital ਕੀ ਹੁੰਦੀ ਹੈ? The minimum amount of capital a business need to cover its daily expense. ਜਿਹੜੇ ਡੇਲੀ ਰੈਗੂਲਰ ਐਕਸਪੈਂਸ ਹੁੰਦੇ ਨੇ ਉਹਨਾਂ ਨੂੰ ਕਵਰ ਕਰਨ ਵਾਸਤੇ ਰੈਗੂਲਰ ਵਰਕਿੰਗ ਕੈਪੀਟਲ ਦੀ ਲੋੜ ਪੈਂਦੀ ਹੈ। ਐਂਡ ਦੈਨ ਰਿਜ਼ਰਵ ਵਰਕਿੰਗ ਕੈਪੀਟਲ ਕੀ ਹੁੰਦੀ ਹੈ? ਜਿਹੜੀ ਕਿ ਫਾਈਨੈਂਸ਼ੀਅਲ ਬਫਰ, ਬਿਜ਼ਨਸ ਕੋਲ ਇੱਕ ਫਾਈਨੈਂਸ਼ੀਅਲ ਬਫਰ ਹੁੰਦਾ ਹੈ ਜਿਹੜਾ ਕਿ ਉਹ ਸੈੱਟ ਕਰਦਾ, ਸਾਈਡ ਤੇ ਰੱਖ ਦਿੰਦਾ ਹੈ ਫॉर ਦੀ ਅਨਐਕਸਪੈਕਟਡ ਸਿਚੁਏਸ਼ਨਸ ਵਾਸਤੇ, ਫਲਕਚੁਏਸ਼ਨ ਵਾਸਤੇ ਵੀ। ਜਦੋਂ ਬਿਜ਼ਨਸ ਕੋਈ ਰਿਸਕ ਜਾਂ ਲਾਸ ਨੂੰ ਫੇਸ ਕਰ ਰਿਹਾ ਹੈ ਤਾਂ ਉਹ ਜਿਹੜਾ ਹੈਗਾ ਰਿਜ਼ਰਵ ਦੇ ਵਿੱਚੋਂ ਤੇ ਜਿਹੜਾ ਫੰਡ ਹੈ। ਵਰਕਿੰਗ ਕੈਪੀਟਲ ਦੇ ਵਿੱਚ ਕੀ ਹੁੰਦਾ? ਵੇਰੀਏਬਲ ਵਰਕਿੰਗ ਕੈਪੀਟਲ। ਵੇਰੀਏਬਲ ਵਰਕਿੰਗ ਕੈਪੀਟਲ ਬਿਜ਼ਨਸ ਨੀਡ ਟੂ ਮੀਟ ਸੀਜ਼ਨਲ ਨੀਡਸ ਔਰ ਕੰਟੀਜੈਂਸੀ ਦੇ ਵਾਸਤੇ ਬਿਜ਼ਨਸ ਨੂੰ ਫੰਡਸ ਦੀ ਲੋੜ ਹੁੰਦੀ ਹੈ, ਕੈਪੀਟਲ ਦੀ ਲੋੜ ਹੁੰਦੀ ਹੈ। ਫੋਰ ਐਗਜ਼ਾਮਪਲ ਸੀਜ਼ਨਲ ਵਰਕਿੰਗ ਕੈਪੀਟਲ ਕੀ ਹੁੰਦਾ? ਸੀਜ਼ਨਲ ਵਰਕਿੰਗ ਕੈਪੀਟਲ ਹੈ ਜਿਹੜੀ ਐਕਸਟਰਾ ਅਮਾਊਂਟ ਬਿਜ਼ਨਸ ਵਰਕਿੰਗ ਕੈਪੀਟਲ ਦੀ ਹੁੰਦੀ ਹੈ। ਬਿਜ਼ਨਸ ਨੂੰ ਲੋੜ ਹੁੰਦੀ ਹੈ ਆਪਰੇਟ ਕਰਨ ਲਈ ਡਿਊਰਿੰਗ ਦੀ ਪੀਕ ਸੀਜ਼ਨ। ਜਿਵੇਂ ਕਿ ਆਪਾਂ ਗੱਲ ਕਰੀਏ ਵੈਦਰਸ ਜਿਵੇਂ ਕਿ ਚੇਂਜ ਹੁੰਦੇ ਰਹਿੰਦੇ ਨੇ, ਹੌਟ ਹੁੰਦਾ ਰਹਿੰਦਾ, ਕੋਲਡ ਵੈਦਰ ਦੇ ਵਿੱਚ ਜ਼ਿਆਦਾ ਵਾਰਮ ਕਲੋਥਸ ਪੈਂਦੇ ਆ ਤਾਂ ਪ੍ਰੋਡਕਸ਼ਨ ਉਹਦੇ ਵਾਸਤੇ ਜਦੋਂ ਆਪਾਂ ਪ੍ਰੋਡਕਸ਼ਨ ਕਰਨੀ ਹੁੰਦੀ ਆ ਉਹ ਕਲੋਥਸ ਦੀ ਜਾਂ ਉਹ ਮਟੀਰੀਅਲ ਦੀ ਜਿਹੜੀ ਕਿ ਕੋਲਡ ਵੈਦਰ ਦੇ ਵਿੱਚ ਯੂਜ਼ ਹੁੰਦਾ ਤਾਂ ਉਹਦੇ ਵਾਸਤੇ ਆਪਾਂ ਉਸ ਸੀਜ਼ਨ ਦੇ ਹਿਸਾਬ ਤੇ ਪੀਕ ਪੁਆਇੰਟ ਤੇ ਆਪਾਂ ਨੂੰ ਕੈਪੀਟਲ ਦੀ ਰਿਕੁਆਇਰਮੈਂਟ ਹੁੰਦੀ ਹੈ ਟੂ ਪ੍ਰੋਡਿਊਸ ਦੀ ਅਦਰ ਥਿੰਗਸ, ਟੂ ਪ੍ਰੋਡਿਊਸ ਅ ਕਮੋਡਿਟੀ। ਐਂਡ ਸਪੈਸ਼ਲ ਵਰਕਿੰਗ ਕੈਪੀਟਲ ਕੀ ਹੁੰਦਾ? ਫੰਡ ਦੈਟ business set aside for the specific and unexpected situation that require additional financial resource. ਬਿਜ਼ਨਸ ਜਿਹੜਾ ਹੈਗਾ ਆ ਅਲੱਗ ਤੋਂ ਫੋਰ ਸੋਰਸਿਸ ਜਿਹੜੇ ਨੇ ਫੰਡ ਦੇ ਕੁਝ ਐਵੇਂ ਦੇ ਸਾਈਡ ਤੇ ਸੇਵ ਕਰਕੇ ਰੱਖ ਦਿੰਦਾ ਹੈ ਫੋਰ ਦੀ ਸਪੈਸ਼ਲ ਵਰਕਿੰਗ ਕੈਪੀਟਲ। ਕਿ ਐਸੀ ਅਨਐਕਸਪੈਕਟਡ ਸਿਚੁਏਸ਼ਨ ਆ ਸਕਦੀ ਹੈ ਜਿਹਨੂੰ ਫੇਸ ਕਰਨ ਵਾਸਤੇ ਬਿਜ਼ਨਸ ਨੂੰ ਵਰਕਿੰਗ ਕੈਪੀਟਲ ਜਿਹੜੀ ਹੈਗੀ ਅਲੱਗ ਤੋਂ ਕੱਢ ਕੇ ਰੱਖਣੀ ਹੀ ਪੈਂਦੀ ਹੈ। ਫੋਰ ਐਗਜ਼ਾਮਪਲ ਤੁਸੀਂ ਐਵੇਂ ਗ੍ਰਾਫ ਬਣਾ ਸਕਦੇ ਹੋ, ਸਿਚੁਏਸ਼ਨ ਸਰਟੇਨ ਵੀ ਹੋ ਸਕਦੀ ਹੈ ਔਰ ਅਨਸਰਟੇਨ ਵੀ ਹੋ ਸਕਦੀ ਹੈ। ਤੇ ਹੈਗੇ ਆ ਵੇਰੀਏਬਲ ਵਰਕਿੰਗ ਕੈਪੀਟਲ। ਥੈਂਕ ਯੂ ਸੋ ਮਚ।